ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਆਪਾਂ SST ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਕਲਾਸ ਤੁਹਾਡੇ PS ਟੈਟ ਐਂਡ CTET ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਕਲਾਸ ਨੂੰ ਵੀ ਲਾਈਕ ਕਰ ਦਿਓ। ਐਂਡ ਸ਼ੁਰੂ ਕਰਨ ਜਾ ਰਹੇ ਹਾਂ ਜੀ ਅੱਜ ਦੀ ਆਪਣੀ ਕਲਾਸ ਨੂੰ। ਪਹਿਲਾ ਜਿਹੜਾ ਪ੍ਰਸ਼ਨ ਹੈ, ਹੂ ਵਾਜ਼ ਦ ਆਥਰ ਆਫ ਦ ਬੁੱਕ A History of British India, which divided the Indian history into three periods: Hindu, Muslim and British। ਭਾਵ ਕਿ ਇਹੋ ਜਿਹੀ ਜਿਹੜੀ ਕਿਤਾਬ ਹੈਗੀ ਸੀਗੀ ਜਿਹਦਾ ਕੀ ਨਾਮ ਸੀ, ਹਿਸਟਰੀ ਆਫ ਬ੍ਰਿਟਿਸ਼ ਇੰਡੀਆ, ਕਿ ਬ੍ਰਿਟਿਸ਼ ਭਾਰਤ ਦਾ ਇਤਿਹਾਸ ਜਿਹੜਾ ਪੁਸਤਕ ਦਾ ਜਿਹੜਾ ਲੇਖਕ ਸੀਗਾ ਉਹ ਕੌਣ ਸੀ, ਜੋ ਕਿ ਭਾਰਤ ਦੇ ਇਤਿਹਾਸ ਨੂੰ ਤਿੰਨ ਕਾਲਾਂ ਦੇ ਵਿੱਚ ਮਤਲਬ ਕਿ ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼ ਵਿੱਚ ਵੰਡਦੀ ਹੈ। ਤਿੰਨ ਕਹਿ ਸਕਦੇ ਹਾਂ ਕਿ ਇਹਨਾਂ ਤਿੰਨਾਂ ਵਿੱਚ ਵੰਡਦੀ ਹੈ। ਉਹਦਾ ਲੇਖਕ ਜਿਹੜਾ ਸੀਗਾ ਉਹਦਾ ਨਾਮ ਕੀ ਹੈ? ਸੋ ਇਹਦੇ ਵਿੱਚ ਪਹਿਲਾ ਜਵਾਬ ਹੈ ਜੀ ਵਾਰਨ ਹੈਸਟਿੰਗ। ਆਪਸ਼ਨ ਨੰਬਰ B 'ਚ ਲਿਖਿਆ ਹੋਇਆ ਏਲੀਅਟ ਡੌਸਨ। ਆਪਸ਼ਨ ਨੰਬਰ C ਜੇਮਸ ਮਿਲ। ਆਪਸ਼ਨ ਨੰਬਰ D VA ਸਮਿਥ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਤੁਸੀਂ ਦੇਣਾ ਹੈ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰੀਏ, ਇਹਦੇ ਵਿੱਚ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਹੈ ਜੀ ਜੇਮਸ ਮਿਲ। ਕੀ ਨਾਮ ਹੈ ਜੀ? ਜੇਮਸ ਮਿਲ ਨੇ ਇਹ ਜਿਹੜੀ ਕਿਤਾਬ ਹੈਗੀ ਆ, ਆਪਾਂ ਕਹਿ ਸਕਦੇ ਹਾਂ ਕਿ 19ਵੀਂ ਸ਼ਤਾਬਦੀ ਵਿੱਚ ਇਹ ਜਿਹੜੀ ਹੈਗੀ ਆ ਕਿਤਾਬ ਸੀਗੀ, ਇਹ ਲਿਖੀ ਗਈ ਸੀਗੀ, ਜਿਹੜੇ ਕਿ ਬ੍ਰਿਟਿਸ਼ ਹਿਸਟੋਰੀਅਨ ਹੁੰਦਾ ਸੀਗਾ ਐਂਡ ਪੋਲੀਟੀਕਲ ਥਿਊਰਿਸਟ ਵੀ ਹੈਗਾ ਸੀ, ਜਿਹਦਾ ਨਾਮ ਕੀ ਸੀ? ਜੇਮਸ ਮਿਲ। ਐਂਡ ਇਹਨੇ ਮਤਲਬ ਜੋ ਵੀ ਵਿਸ਼ੇਸ਼ਤਾ ਦੱਸੀ ਹੋਈ ਹੈ ਕਿਤਾਬ ਦੀ, ਕਿ ਇਹ ਕਿਤਾਬ ਦਾ ਨਾਮ ਸੀਗਾ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਐਂਡ ਇਹਨੇ ਤਿੰਨ ਭਾਗਾਂ ਵਿੱਚ ਵੰਡਿਆ ਸੀਗਾ ਇਤਿਹਾਸ ਨੂੰ, ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼ ਵਿੱਚ। ਆਪਸ਼ਨ ਨੰਬਰ ਤੁਸੀਂ C ਨੂੰ ਕਰ ਲਿਓ ਟਿਕ, ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਨੂੰ ਵੇਖ ਲੈਂਦੇ ਹਾਂ ਜੀ। ਅਗਲਾ ਜਿਹੜਾ ਪ੍ਰਸ਼ਨ ਹੈ ਜਿਹਦੇ ਵਿੱਚ ਤੁਹਾਡੇ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਤੁਹਾਡੇ ਤੋਂ, ਇਨ 1600 ਦ ਈਸਟ ਇੰਡੀਆ ਕੰਪਨੀ ਅਕਵਾਇਰਡ ਅ ਚਾਰਟਰ ਫਰਮ ਦ ਰੂਲਰ ਆਫ ਇੰਗਲੈਂਡ ਗ੍ਰਾਂਟਿੰਗ ਇਟ ਦ ਸੋਲ ਰਾਈਟ ਟੂ ਟ੍ਰੇਡ ਵਿਦ ਦ ਈਸਟ। ਹੂ ਵਾਜ਼ ਦ ਰੂਲਰ? ਕਿ ਸਨ 1660 ਵਿੱਚ 1600 ਹੀ ਆਉਣਾ ਸੀਗਾ, ਕਿ ਸਨ 1600 ਦੇ ਵਿੱਚ ਇੱਥੇ ਨਾ ਭੁਲੇਖੇ ਨਾਲ ਦੋ ਵਾਰ 6 ਪੈ ਗਿਆ, ਸੋ ਇੱਥੇ 0 ਹੀ ਆਊਗੀ। ਇੱਕ ਵਾਰ ਮੈਂ ਆਪ ਵੀ ਕਰੈਕਸ਼ਨ ਕਰ ਦਿੰਦਾ ਜੀ, ਕਦੀ ਕਦਾਈ ਥੋੜ੍ਹੀ ਬਹੁਤ ਮਿਸਟੇਕ ਹੋ ਜਾਂਦੀ ਹੈ, ਬਟ ਤੁਸੀਂ ਇਹਨੂੰ ਇਗਨੋਰ ਕਰੋ। ਕਿ ਸਨ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਇੰਗਲੈਂਡ ਦੇ ਰਾਜੇ ਵੱਲੋਂ ਇੱਕ ਚਾਰਟਰ ਮਿਲਿਆ, ਜਿਸ ਦੇ ਮੁਤਾਬਿਕ ਉਹ ਪੂਰਬ ਦੇਸ਼ਾਂ ਦੇ ਨਾਲ ਪੂਰਨ ਤੌਰ 'ਤੇ ਵਪਾਰ ਕਰ ਸਕਦੇ ਸਨ। ਉਸ ਰਾਜੇ ਦਾ ਕੀ ਨਾਮ ਸੀਗਾ? ਕੀ ਉਹ ਕਿੰਗ ਜਾਰਜ ਸੀ, ਕਿੰਗ ਜਾਰਜ 5th, ਜਾਂ ਫਿਰ ਕੁਈਨ ਵਿਕਟੋਰੀਆ, ਮਹਾਰਾਣੀ ਵਿਕਟੋਰੀਆ, ਜਾਂ ਫਿਰ ਕੁਈਨ ਐਲਿਜ਼ਾਬੈਥ 1, ਜਾਂ ਫਿਰ ਆਪਸ਼ਨ ਨੰਬਰ D ਕਿੰਗ ਐਡਵਰਡ 2। ਸੋ ਇਹਦਾ ਜਿਹੜਾ ਜਵਾਬ ਹੈ ਜੀ ਇਹ ਤੁਸੀਂ ਬੜੇ ਹੀ ਧਿਆਨ ਨਾਲ ਦੇਣਾ ਹੈ। ਇਹਦਾ ਜਿਹੜਾ ਜਵਾਬ ਹੋਏਗਾ ਜੀ ਸਹੀ ਜਵਾਬ, ਕਿ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਨਾ ਉਹਨਾਂ ਨੂੰ ਇੱਕ ਮਿਲਿਆ ਸੀਗਾ, ਇੱਕ ਚਾਰਟਰ ਮਿਲਿਆ ਸੀਗਾ, ਜਿਹਦੇ ਅਕੋਰਡਿੰਗ ਜਿਹੜੀ ਰੂਲਰ ਹੁੰਦੀ ਸੀਗੀ ਇੰਗਲੈਂਡ ਦੀ ਕੁਈਨ ਐਲਿਜ਼ਾਬੈਥ 1, ਜਿਹੜਾ ਕਿ ਆਪਸ਼ਨ ਨੰਬਰ C ਵਿੱਚ ਤੁਸੀਂ ਵੇਖ ਵੀ ਸਕਦੇ ਹੋ। ਇਹਨਾਂ ਵੱਲੋਂ ਇਹਨਾਂ ਨੂੰ ਕੀ ਮਿਲਿਆ ਸੀਗਾ ਈਸਟ ਇੰਡੀਆ ਕੰਪਨੀ ਨੂੰ? ਮਤਲਬ ਕਿ ਇੱਕ ਅਧਿਕਾਰ ਦਿੱਤੇ ਗਏ ਸੀਗੇ ਕਿ ਇਹ ਪੂਰਬੀ ਦੇਸ਼ਾਂ ਦੇ ਲੋਕਾਂ ਨਾਲ ਇਹ ਵਪਾਰ ਕਰ ਸਕਦੇ ਹੈਗੇ ਆ ਬਿਨਾਂ ਹੀ ਕਿਸੇ ਕੰਪੀਟੀਸ਼ਨ ਤੋਂ। ਮਤਲਬ ਕਿ ਜਦੋਂ ਇਹਨਾਂ ਨੂੰ ਅਧਿਕਾਰ ਮਿਲ ਗਿਆ ਤੇ ਇਸ ਦੇ ਅਕੋਰਡਿੰਗ ਕੋਈ ਹੋਰ ਜਿਹੜਾ ਬੰਦਾ ਹੋਊਗਾ ਯੂਰਪ ਤੋਂ ਆ ਕੇ ਉਹ ਵਪਾਰ ਕਰ ਹੀ ਨਹੀਂ ਸਕਦਾ, ਜਿਸ ਦੇ ਅਕੋਰਡਿੰਗ ਮਤਲਬ ਇਹਨਾਂ ਨੂੰ ਅਧਿਕਾਰ ਮਿਲ ਗਿਆ ਸੀਗਾ ਕਿ ਬਿਨਾਂ ਕਿਸੇ ਕੰਪੀਟੀਸ਼ਨ ਤੋਂ ਇਹ ਵਪਾਰ ਕਰ ਸਕਦੇ ਨੇ, ਅਧਿਕਾਰ ਸੀਗੇ ਇਹਨਾਂ ਨੂੰ ਮਿਲ ਗਏ ਸੀ। ਆਪਸ਼ਨ ਨੰਬਰ ਤੁਸੀਂ C ਨੂੰ ਕਰ ਲਓ ਟਿਕ, ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਰਾਜ ਸਭਾ ਇਜ਼ ਕਾਲਡ ਅਪਰ ਚੈਂਬਰ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਟਰੂ ਆਫ ਰਾਜ ਸਭਾ। ਐਂਡ ਤੁਹਾਨੂੰ ਪਤਾ ਹੀ ਹੋਊਗਾ ਕਿ ਆਪਣੇ ਨਾ ਪਾਰਲੀਮੈਂਟ ਵਿੱਚ ਤੁਹਾਨੂੰ ਰਾਜ ਸਭਾ ਐਂਡ ਲੋਕ ਸਭਾ ਵੇਖਣ ਨੂੰ ਮਿਲਦੀ ਹੈ। ਰਾਜ ਸਭਾ ਨੂੰ ਆਪਾਂ ਅਪਰ ਚੈਂਬਰ ਕਹਿੰਦੇ ਹਾਂ ਜਾਂ ਫਿਰ ਅਪਰ ਹਾਊਸ ਕਹਿ ਦਿੰਦੇ ਹਾਂ, ਲੋਕ ਸਭਾ ਨੂੰ ਆਪਾਂ ਲੋਅਰ ਹਾਊਸ ਕਹਿੰਦੇ ਹਾਂ। ਰਾਜ ਸਭਾ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕਿਹੜਾ ਜਿਹੜੀ ਸਟੇਟਮੈਂਟ ਹੈਗੀ ਹੈ ਜਿਹੜੀ ਕਿ ਗਲਤ ਦੱਸੀ ਹੋਈ ਹੈ ਰਾਜ ਸਭਾ ਬਾਰੇ? ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। ਰਾਜ ਸਭਾ ਲਈ ਕਿਹੜਾ ਕਥਨ ਸਹੀ ਨਹੀਂ ਹੈ? ਆਪਸ਼ਨ ਨੰਬਰ A 'ਚ ਲਿਖਿਆ ਹੋਇਆ ਕਿ ਰਾਜ ਸਭਾ ਪਰਫਾਰਮ ਸਪੈਸ਼ਲ ਫੰਕਸ਼ਨ, ਰਾਜ ਸਭਾ ਵਿਸ਼ੇਸ਼ ਕੰਮ ਕਰਦੀ ਹੈ। ਆਪਸ਼ਨ ਨੰਬਰ B ਰਾਜ ਸਭਾ ਕੈਨ ਰਿਜੈਕਟ ਮਨੀ ਬਿੱਲ, ਰਾਜ ਸਭਾ ਵਿੱਚ ਬਿੱਲ ਨੂੰ ਰੱਦ ਕਰ ਸਕਦੀ ਹੈ। ਆਪਸ਼ਨ ਨੰਬਰ C ਰਾਜ ਸਭਾ ਕੈਨ ਨਾਟ ਰਿਜੈਕਟ ਮਨੀ ਬਿੱਲ, ਕਿ ਰਾਜ ਸਭਾ ਵਿੱਤ ਬਿੱਲ ਨੂੰ ਰੱਦ ਨਹੀਂ ਕਰ ਸਕਦੀ। ਜਾਂ ਫਿਰ ਆਪਸ਼ਨ ਨੰਬਰ D ਵੰਸ ਲੋਕ ਸਭਾ ਪਾਸਿਸ ਮਨੀ ਬਿੱਲ, ਰਾਜ ਸਭਾ ਕੈਨ ਨਾਟ ਰਿਜੈਕਟ ਇਟ, ਕਿ ਜੇਕਰ ਲੋਕ ਸਭਾ ਇੱਕ ਵਾਰ ਵਿੱਚ ਬਿੱਲ ਪਾਸ ਕਰ ਦੇਵੇ ਤਾਂ
ਰਾਜ ਸਭਾ ਉਸ ਨੂੰ ਰੱਦ ਨਹੀਂ ਕਰ ਸਕਦੀ। ਸੋ ਇਹਦੇ ਵਿੱਚ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ, ਮਤਲਬ ਕਿ 3 ਗੱਲਾਂ ਰਾਜ ਸਭਾ ਬਾਰੇ ਸਹੀ ਦੱਸੀਆਂ ਹੋਣਗੀਆਂ, ਬਟ ਇੱਕ ਜਿਹੜੀ ਗੱਲ ਹੈ ਉਹ ਰਾਜ ਸਭਾ ਬਾਰੇ ਕਹਿ ਸਕਦੇ ਹਾਂ ਕਿ ਉਹ ਗੱਲ ਕਿਤੇ ਨਾ ਕਿਤੇ ਇਹਦੇ ਵਿੱਚ ਗਲਤ ਲਿਖੀ ਹੋਣੀ ਆ। ਸੋ ਜੇਕਰ ਆਪਾਂ ਲੋਕ ਸਭਾ ਦੀ ਗੱਲ ਕਰੀਏ ਤੇ ਜਿਹੜਾ ਮਨੀ ਬਿੱਲ ਹੁੰਦਾ ਨਾ, ਮਤਲਬ ਉਹ ਸਿਰਫ ਤੇ ਸਿਰਫ ਲੋਕ ਸਭਾ ਵਿੱਚ ਹੀ ਇੰਟਰੋਡਿਊਸ ਕੀਤਾ ਜਾ ਸਕਦਾ ਹੁੰਦਾ। ਮਨੀ ਬਿੱਲ ਦੀ ਮੈਂ ਗੱਲ ਕਰ ਰਿਹਾ। ਮਨੀ ਬਿੱਲ ਸਿਰਫ ਲੋਕ ਸਭਾ ਮਤਲਬ ਕਿ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਦੇ ਅਕੋਰਡਿੰਗ ਸਿਰਫ ਲੋਕ ਸਭਾ ਵਿੱਚ ਹੀ ਇੰਟਰੋਡਿਊਸ ਕੀਤਾ ਜਾਂਦਾ ਹੁੰਦਾ। ਅਤੇ ਜਦੋਂ ਇੱਕ ਵਾਰ ਉਹ ਇੰਟਰੋਡਿਊਸ ਕਰ ਦਿੱਤਾ ਗਿਆ ਤੇ ਉਹਨੂੰ ਬਾਅਦ ਵਿੱਚ ਰਿਜੈਕਟ ਨਹੀਂ ਕੀਤਾ ਜਾ ਸਕਦਾ ਹੁੰਦਾ ਰਾਜ ਸਭਾ ਦੁਆਰਾ। ਐਂਡ ਰਾਜ ਸਭਾ ਨਾ ਹੀ ਉਹਨੂੰ ਰਿਜੈਕਟ ਕਰ ਸਕਦਾ, ਨਾ ਹੀ ਉਹਨੂੰ ਅਮੈਂਡ ਕਰ ਸਕਦਾ, ਬਦਲਾਅ ਵੀ ਨਹੀਂ ਕਰ ਸਕਦਾ। ਰਾਜ ਸਭਾ ਫਿਰ ਕਰ ਕੀ ਸਕਦਾ ਹੈ, ਰਾਜ ਸਭਾ ਨੂੰ ਜੇ ਲੱਗਦਾ ਹੈਗਾ ਕਿ ਹਾਂ ਵੀ ਜੇਕਰ ਕਿਸੇ ਬਿੱਲ ਵਿੱਚ ਥੋੜ੍ਹੀ ਬਹੁਤ ਤਬਦੀਲੀਆਂ ਲਿਆਉਣੀਆਂ ਨੇ, ਉਹਦੇ ਲਈ ਵੀ ਸਿਰਫ ਰਿਕਮੈਂਡੇਸ਼ਨ ਦੇਣੀਆਂ ਆ। ਐਂਡ ਲੋਕ ਸਭਾ ਮਤਲਬ ਜ਼ਰੂਰੀ ਨਹੀਂ ਹੈਗਾ ਕਿ ਲੋਕ ਸਭਾ ਉਹਨਾਂ ਦੀ ਗੱਲ ਸੁਣੇ, ਉਹ ਲੋਕ ਸਭਾ ਦੀ ਮਰਜ਼ੀ ਹੈ। ਸੋ ਇਹਦੇ ਵਿੱਚ ਜਵਾਬ ਕੀ ਹੋਊਗਾ ਜੀ, ਮਤਲਬ ਕਿ ਪਹਿਲੀ ਗੱਲ ਸਹੀ ਹੈਗੀ ਹੈ ਜੀ, ਰਾਜ ਸਭਾ ਪਰਫਾਰਮ ਸਪੈਸ਼ਲ ਫੰਕਸ਼ਨਸ, ਵਿਸ਼ੇਸ਼ ਕੰਮ ਕਰਦੀ ਹੈ। ਰਾਜ ਸਭਾ ਕੈਨ ਰਿਜੈਕਟ ਮਨੀ ਬਿੱਲ। ਆਪਸ਼ਨ ਨੰਬਰ ਬੀ ਤੁਹਾਡਾ ਜਵਾਬ ਸਹੀ ਹੋਊਗਾ। ਕਿਉਂ ਸਹੀ ਹੋਊਗਾ, ਕਿਉਂਕਿ ਰਾਜ ਸਭਾ ਹੈ ਉਹ ਰਿਜੈਕਟ ਕਰ ਹੀ ਨਹੀਂ ਸਕਦਾ ਮਨੀ ਬਿੱਲ। ਆਪਸ਼ਨ ਨੰਬਰ ਸੀ 'ਚ ਤਾਂ ਇਹੀ ਲਿਖਿਆ ਹੋਇਆ ਨਾ ਕਿ ਰਾਜ ਸਭਾ ਕੈਨ ਨਾਟ ਰਿਜੈਕਟ ਮਨੀ ਬਿੱਲ, ਇਹ ਗੱਲ ਠੀਕ ਹੈ, ਬਟ ਰਾਜ ਸਭਾ ਕੈਨ ਰਿਜੈਕਟ ਮਨੀ ਬਿੱਲ ਇਹ ਗੱਲ ਗਲਤ ਲਿਖੀ ਹੋਈ ਹੈ। ਆਪਸ਼ਨ ਨੰਬਰ ਤੁਸੀਂ ਬੀ ਨੂੰ ਟਿਕ ਲਗਾਓਗੇ, ਕਿਉਂਕਿ ਕੁਐਸਚਨ ਵਿੱਚ ਤਾਂ ਇਹੀ ਪੁੱਛਿਆ ਸੀ ਨਾ ਕਿ ਕਿਹੜੀ ਗੱਲ ਰਾਜ ਸਭਾ ਤੋਂ ਸੰਬੰਧਿਤ ਗਲਤ ਲਿਖੀ ਹੋਈ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਇਨ ਵਿਚ ਈਅਰ ਸਾਊਥ ਅਫਰੀਕਾ ਬਿਕੇਮ ਅ ਡੈਮੋਕ੍ਰੈਟਿਕ ਕੰਟਰੀ। ਕਿਸ ਸਾਲ ਵਿੱਚ ਦੱਖਣੀ ਅਫਰੀਕਾ ਇੱਕ ਲੋਕਤਾਂਤਰਿਕ ਦੇਸ਼ ਬਣ ਗਿਆ ਸੀ? ਕੀ ਉਹ 1990 ਵਿੱਚ ਬਣਿਆ ਸੀ, ਜਾਂ ਫਿਰ 1992 ਵਿੱਚ, 1994 ਵਿੱਚ, ਜਾਂ ਫਿਰ 1995 ਵਿੱਚ? ਜੇ ਆਪਾਂ ਗੱਲ ਕਰੀਏ, ਸਾਊਥ ਅਫਰੀਕਾ ਇੱਕ ਡੈਮੋਕ੍ਰੈਟਿਕ ਕੰਟਰੀ ਬਣਿਆ ਸੀਗਾ। ਕਦੋਂ ਬਣਿਆ ਸੀਗਾ? 1994 ਵਿੱਚ। ਕਿੰਨੇ ਨੂੰ ਬਣਿਆ ਸੀਗਾ ਜੀ? ਵੈਸੇ ਤਾਂ 27 ਅਪ੍ਰੈਲ 1994 ਵਿੱਚ ਤੁਹਾਨੂੰ ਜਿਹੜੀ ਇਹ ਡੇਟ ਹੈਗੀ ਹੈ ਇਹ ਵੇਖਣ ਨੂੰ ਮਿਲਦੀ ਹੈ, 27 ਅਪ੍ਰੈਲ ਐਂਡ ਕਦੋਂ ਜੀ? 1994। ਆਪਸ਼ਨ ਨੰਬਰ ਸੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖੋ, ਹੂ ਅਮੰਗ ਦ ਫੋਲੋਇੰਗ ਵਾਜ਼ ਦ ਪ੍ਰੈਜ਼ੀਡੈਂਟ ਆਫ ਦ ਕੰਸਟੀਟਿਊਐਂਟ ਅਸੈਂਬਲੀ, ਅ ਲਾਇਰ ਐਂਡ ਅ ਪਰਸਨ ਨੋਨ ਫॉर ਹਿਜ਼ ਚੰਪਾਰਨ ਸੱਤਿਆਗ੍ਰਹਿ। ਹੇਠ ਲਿਖਿਆ ਨਾਵਾਂ ਵਿੱਚੋਂ ਕਿਹੜਾ ਨਾਮ ਸੰਵਿਧਾਨ ਸਭਾ ਦਾ ਮੁਖੀ ਵੀ ਸੀ, ਇੱਕ ਵਕੀਲ, ਤੇ ਉਹ ਚੰਪਾਰਨ ਸੱਤਿਆਗ੍ਰਹਿ ਕਰਕੇ ਵੀ ਜਾਣਿਆ ਜਾਂਦਾ ਹੈ? ਕੀ ਉਹਨਾਂ ਦਾ ਨਾਮ ਮਹਾਤਮਾ ਗਾਂਧੀ ਹੈ? ਆਪਸ਼ਨ ਨੰਬਰ ਬੀ ਡਾਕਟਰ ਭੀਮ ਰਾਵ ਅੰਬੇਦਕਰ, ਜਾਂ ਫਿਰ ਆਪਸ਼ਨ ਨੰਬਰ ਸੀ ਡਾਕਟਰ ਰਾਜਿੰਦਰ ਪ੍ਰਸਾਦ, ਜਾਂ ਫਿਰ ਆਪਸ਼ਨ ਨੰਬਰ ਡੀ ਜਵਾਹਰ ਲਾਲ ਨਹਿਰੂ। ਸੋ ਸੋਚ ਕੇ ਦੱਸੋ ਇਹਦਾ ਕੀ ਜਵਾਬ ਸਹੀ ਹੋਣਾ ਹੈ। ਜੇਕਰ ਆਪਾਂ ਇਸ ਪ੍ਰਸ਼ਨ ਦੀ ਗੱਲ ਕਰੀਏ, 11 ਦਸੰਬਰ 1946 ਵਿੱਚ ਡਾਕਟਰ ਰਾਜਿੰਦਰ ਪ੍ਰਸਾਦ, ਜਿਹੜੇ ਕਿ ਇੱਕ ਲਾਇਰ ਵੀ ਸੀ, ਲਿਖਿਆ ਹੋਇਆ ਨਾ, ਇੱਕ ਕੀ ਸੀ ਜੀ, ਇੱਕ ਲਾਇਰ ਵੀ ਸੀਗੇ ਐਂਡ ਇੱਕ ਫਰੀडम ਫਾਈਟਰ ਵੀ ਹੁੰਦੇ ਸੀਗੇ। ਕਿੱਥੋਂ ਸੀ? ਫਰੋਮ ਬਿਹਾਰ, ਵਾਜ਼ ਇਲੈਕਟਡ ਐਜ਼ ਅ ਫਸਟ ਪ੍ਰੈਜ਼ੀਡੈਂਟ। ਕਿ ਮਤਲਬ ਕੰਸਟੀਟਿਊਐਂਟ ਅਸੈਂਬਲੀ ਦੇ ਨਾ ਇਹ ਪਹਿਲੇ ਜਿਹੜੇ ਸੀਗੇ ਪ੍ਰੈਜ਼ੀਡੈਂਟ, ਇਹਨਾਂ ਨੂੰ ਬਣਾਇਆ ਗਿਆ ਸੀਗਾ। ਐਂਡ ਇਹ ਕਿਉਂ ਜਾਣੇ ਜਾਂਦੇ ਸੀਗੇ? ਇਹ ਜਾਣੇ ਜਾਂਦੇ ਸੀਗੇ ਆਪ ਦੀ ਕੰਟਰੀਬਿਊਸ਼ਨ ਕਰਕੇ। ਕਿਹਦੇ ਵਿੱਚ ਕੰਟਰੀਬਿਊਸ਼ਨ ਕੀਤੀ ਸੀ? ਇਨ ਚੰਪਾਰਨ ਸੱਤਿਆਗ੍ਰਹਿ। ਚੰਪਾਰਨ ਸੱਤਿਆਗ੍ਰਹਿ ਵਿੱਚ ਇਹਨਾਂ ਦੀ ਕੰਟਰੀਬਿਊਸ਼ਨ ਸੀਗੀ, ਜਿਹਦੇ ਕਰਕੇ ਇਹ ਜਾਣੇ ਜਾਂਦੇ ਸੀਗੇ। ਕਿਹਦੀ ਗੱਲ ਹੋ ਰਹੀ ਆ? ਡਾਕਟਰ ਰਾਜਿੰਦਰ ਪ੍ਰਸਾਦ। ਆਪਸ਼ਨ ਵਿੱਚ ਲਿਖਿਆ ਹੋਇਆ ਕਿਤੇ, ਆਪਸ਼ਨ ਨੰਬਰ ਸੀ ਵਿੱਚ ਲਿਖਿਆ ਹੋਇਆ ਡਾਕਟਰ ਰਾਜਿੰਦਰ ਪ੍ਰਸਾਦ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਟਰੂ ਅਬਾਊਟ ਲੋਕਲ ਮੀਡੀਆ। ਕਿ ਹੇਠ ਲਿਖਿਆ ਕਥਨਾਂ ਵਿੱਚੋਂ ਕਿਹੜਾ ਸਥਾਨਕ ਮੀਡੀਆ ਲਈ ਸਹੀ ਨਹੀਂ ਹੈ? ਲੋਕਲ ਮੀਡੀਆ ਕਵਰ ਮੋਸਟਲੀ ਨੈਸ਼ਨਲ ਇਸ਼ੂ ਇਨ ਲੋਕਲ ਲੈਂਗੁਏਜ। ਕਿ ਸਥਾਨਕ ਮੀਡੀਆ ਆਮ ਤੌਰ 'ਤੇ ਸਥਾਨਕ ਭਾਸ਼ਾ ਵਿੱਚ ਹੀ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਹੈ। ਆਪਸ਼ਨ ਨੰਬਰ ਬੀ ਲੋਕਲ ਗਰੁੱਪ ਸਟਾਰਟ ਦੇਅਰ ਓਨ ਮੀਡੀਆ। ਸਥਾਨਕ ਇਕੱਠ ਰਲ ਕੇ ਆਪਣਾ ਮੀਡੀਆ ਸ਼ੁਰੂ ਕਰ ਦਿੰਦੇ ਹਨ। ਆਪਸ਼ਨ ਨੰਬਰ ਸੀ ਪੂਅਰ ਬੀਇੰਗ ਗਿਵਨ ਵੀਡੀਓ ਕੈਮਰਾਸ ਟੂ ਫਿਲਮ ਔਨ ਦੇਅਰ ਓਨ ਲਾਈਵਸ। ਕਿ ਗਰੀਬਾਂ ਨੂੰ ਆਪਣੀ ਜ਼ਿੰਦਗੀ ਦੀਆਂ ਫਿਲਮਾਂ ਆਪ ਬਣਾਉਣ ਲਈ ਵੀਡੀਓ ਕੈਮਰੇ ਦੇ ਦਿੰਦੇ ਹਨ। ਜਾਂ ਫਿਰ ਆਪਸ਼ਨ ਨੰਬਰ ਡੀ ਨਿਊਜ਼ਪੇਪਰ ਕਾਲਡ ਖਬਰ ਲਹਿਰੀਆ ਰਨ ਬਾਈ ਓਨਲੀ 8 ਦਲਿਤ ਵੂਮੈਨ। ਖਬਰ ਲਹਿਰੀਆ ਨਾਮ ਦਾ ਇੱਕ ਜਿਹੜਾ ਅਖਬਾਰ ਹੈ ਉਹ ਸਿਰਫ 8 ਦਲਿਤ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਸੋ ਇਹ ਗੱਲ ਇੱਥੇ ਤੁਸੀਂ ਸੋਚ ਕੇ ਦੱਸਣਾ ਹੈ ਕਿਹੜੀ ਗੱਲ ਇੱਥੇ ਸਹੀ ਲਿਖੀ ਹੋਈ ਆ। ਕਿ ਜੇਕਰ ਆਪਾਂ ਲੋਕਲ ਮੀਡੀਆ ਹਾਊਸਿਸ ਦੀ ਗੱਲ ਕਰਦੇ ਹਾਂ, ਇਹ ਸਿਰਫ ਲੋਕਲ ਨਿਊਜ਼ ਹੀ ਕਵਰ ਕਰਦੇ ਆ,
ਐਂਡ ਲੋਕਲ ਗਰੁੱਪਸ ਸਟਾਰਟ ਕਰ ਦਿੰਦੇ ਆ। ਗਰੀਬ ਜਿਹੜੇ ਲੋਕ ਹੁੰਦੇ ਆ ਜੀ ਉਹਨਾਂ ਨੂੰ ਕੈਮਰੇ ਵਗੈਰਾ ਦੇ ਦਿੱਤੇ ਜਾਂਦੇ ਆ ਐਂਡ ਆਪ ਦੀ ਜਿਹੜੀ ਵੀ ਗੱਲਬਾਤ ਹੈਗੀ ਆ ਉਹ ਰਿਕਾਰਡ ਵਗੈਰਾ ਕਰਕੇ ਕੁਝ ਇਸ ਤਰ੍ਹਾਂ ਦੀਆਂ ਮਤਲਬ ਨਾ ਕਿ ਉਹ ਰਿਕਾਰਡਿੰਗ ਵਗੈਰਾ ਨੂੰ ਹੀ ਆਪਾਂ ਲੋਕਲ ਮੀਡੀਆ ਕਹਿ ਦਿੰਦੇ ਆ। ਐਂਡ ਇਹ ਗੱਲ ਵੀ ਠੀਕ ਲਿਖੀ ਹੋਈ ਆ, ਨਿਊਜ਼ਪੇਪਰ ਕਾਲਡ ਖਬਰ ਲਹਿਰੀਆ ਰਨ ਬਾय ਓਨਲੀ 8 ਦਲਿਤ ਵੂਮੈਨ। ਸੋ ਬੀ ਸੀ ਤੇ ਡੀ ਗੱਲ ਬਿਲਕੁਲ ਸਹੀ ਲਿਖੀ ਹੋਈ ਹੈ, ਬਟ ਜੇਕਰ ਜਦੋਂ ਆਪਾਂ ਗੱਲ ਕਰਦੇ ਹਾਂ ਆਪਸ਼ਨ ਨੰਬਰ ਏ ਦੀ, ਇਹ ਗੱਲ ਠੀਕ ਨਹੀਂ ਲਿਖੀ ਹੋਈ। ਇਹਦੇ ਪਿੱਛੇ ਕੀ ਕਾਰਨ ਹੈ? ਕਿਉਂਕਿ ਲੋਕਲ ਜਿਹੜਾ ਮੀਡੀਆ ਹੁੰਦਾ ਨਾ ਉਹ ਕਵਰ ਮੋਸਟਲੀ ਲੋਕਲ ਨਿਊਜ਼ ਕਵਰ ਕਰਦਾ ਹੈ, ਨਾ ਕਿ ਨੈਸ਼ਨਲ ਇਸ਼ੂ। ਸੋ ਆਪਸ਼ਨ ਨੰਬਰ ਏ ਕੀ ਹੈ ਜੀ, ਇਹ ਤੁਹਾਡਾ ਗਲਤ ਜਵਾਬ ਹੈ, ਬਟ ਇਸ ਕੁਐਸਚਨ ਦੇ ਅਕੋਰਡਿੰਗ ਇਹ ਜਵਾਬ ਤੁਹਾਡਾ ਹੋਵੇਗਾ ਜੀ ਸਹੀ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਵੇਖੋ, ਵਟ ਇਜ਼ ਦ ਕੰਪੋਜੀਸ਼ਨ ਆਫ ਪਾਰਲੀਮੈਂਟ। ਸੰਸਦ ਦੀ ਰਚਨਾ ਕਿਵੇਂ ਹੁੰਦੀ ਹੈ? ਲੋਕ ਸਭਾ ਐਂਡ ਰਾਜ ਸਭਾ। ਆਪਸ਼ਨ ਨੰਬਰ ਬੀ ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ, ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ। ਸੀ ਆਪਸ਼ਨ ਵਿੱਚ ਲਿਖਿਆ ਹੋਇਆ ਚੀਫ ਜਸਟਿਸ ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ, ਕਿ ਮੁੱਖ ਨਿਆਇਧੀਸ਼ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ। ਆਪਸ਼ਨ ਨੰਬਰ ਡੀ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ। ਇਹਦੇ ਵਿੱਚ ਸਹੀ ਜਵਾਬ ਦੱਸੋ ਕੀ ਹੁੰਦਾ ਹੈ? ਜਦੋਂ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਲੋਕ ਸਭਾ ਤੇ ਰਾਜ ਸਭਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਬਟ ਇਹਦਾ ਇੱਕ ਜਿਹੜੇ ਇੰਪੋਰਟੈਂਟ ਪਾਰਟ ਹੁੰਦੇ ਨੇ ਉਹ ਕੌਣ ਹੁੰਦੇ ਨੇ ਜੀ? ਉਹ ਹੁੰਦੇ ਨੇ ਪ੍ਰੈਜ਼ੀਡੈਂਟ। ਸੋ ਆਪਸ਼ਨ ਨੰਬਰ ਜਿਹੜਾ ਬੀ ਹੈ ਇਹ ਜਵਾਬ ਤੁਹਾਡਾ ਬਿਲਕੁਲ ਹੀ ਸਹੀ ਹੈ। ਪ੍ਰੈਜ਼ੀਡੈਂਟ ਲੋਕ ਸਭਾ ਐਂਡ ਰਾਜ ਸਭਾ ਇਹ ਤੁਹਾਡੇ ਪਾਰਟ ਹੁੰਦੇ ਨੇ, ਕੰਪੋਜੀਸ਼ਨ ਹੁੰਦੇ ਨੇ, ਮਤਲਬ ਇਹਨਾਂ ਤੋਂ ਹੀ ਜਿਹੜੀ ਰਚਨਾ ਹੈਗੀ ਆ ਪਾਰਲੀਮੈਂਟ ਦੀ ਉਹ ਹੁੰਦੀ ਹੈ। ਸੋ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੈ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਪ੍ਰੋਵੀਜ਼ਨ ਵਾਜ਼ ਪਾਸਡ ਵਿਦਆਊਟ ਐਨੀ ਡਿਬੇਟ ਇਨ ਕੰਸਟੀਟਿਊਐਂਟ ਅਸੈਂਬਲੀ। ਕਿ ਸੰਵਿਧਾਨ ਵਿੱਚ ਕਿਹੜੇ ਮਤਲਬ ਇਹੋ ਜਿਹਾ ਕਹਿ ਸਕਦੇ ਹਾਂ ਕਿਹੜਾ ਪ੍ਰਾਵਧਾਨ ਬਿਨਾਂ ਕਿਸੇ ਬਹਿਸ ਦੇ ਪਾਸ ਹੋ ਜਾਂਦਾ ਸੀ, ਮਤਲਬ ਹੋਇਆ ਸੀ। ਸੋ ਇਹ ਗੱਲ ਪੁੱਛੀ ਜਾ ਰਹੀ ਹੈ, ਫੰਡਾਮੈਂਟਲ ਰਾਈਟ ਸੀ, ਕਿ ਉਹ ਯੂਨੀਵਰਸਲ ਐਡਲਟ ਫਰੈਂਚਾਈਜ਼ ਸੀ, ਸਾਰੀਆਂ ਜਵਾਨਾਂ ਲਈ ਵੋਟ ਦਾ ਅਧਿਕਾਰ, ਜਾਂ ਫਿਰ ਆਪਸ਼ਨ ਨੰਬਰ ਸੀ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ, ਸਰਕਾਰ ਦਾ ਸੰਸਦੀ ਰੂਪ, ਜਾਂ ਫਿਰ ਆਪਸ਼ਨ ਨੰਬਰ ਡੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ ਸਿਧਾਂਤ। ਜਦੋਂ ਆਪਾਂ ਗੱਲ ਕਰੀਏ ਇਹਦੇ ਵਿੱਚ ਤੁਹਾਡਾ ਕੀ ਜਵਾਬ ਸਹੀ ਹੋਏਗਾ ਜੀ? ਇਹਦਾ ਸਹੀ ਜਵਾਬ ਹੋਣਾ ਹੈ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ ਜਵਾਬ ਸਹੀ ਕਿਉਂ ਹੋਏਗਾ ਜੀ? ਕਿਉਂਕਿ ਜਦੋਂ ਆਪਾਂ ਪਹਿਲਾਂ ਵਾਲੇ ਟਾਈਮ ਦੀ ਗੱਲ ਕਰਦੇ ਹਾਂ, ਪਹਿਲਾਂ ਵਾਲੇ ਸਮਾਂ ਦੇ ਵਿੱਚ ਨਾ ਲੋਕਾਂ ਨੂੰ ਅਧਿਕਾਰ ਜਿਹੜੇ ਦਿੱਤੇ ਸੀਗੇ ਵੋਟ ਕਰਨ ਦੇ, ਉਹ ਬਹੁਤ ਹੀ ਸਿਲੈਕਟਿਵ ਲੋਕਾਂ ਨੂੰ ਦਿੱਤੇ ਜਾਂਦੇ ਸੀ। ਜਿਵੇਂ ਕਿ ਕੁਝ ਅਮੀਰ ਲੋਕ ਹੋ ਸਕਦੇ ਆ ਜਿਨ੍ਹਾਂ ਕੋਲ ਪ੍ਰੋਪਰਟੀਜ਼ ਹੋਲਡਿੰਗ ਜ਼ਿਆਦਾ ਹੋਣ। ਅਤੇ ਜਦੋਂ ਲੋਕ ਨੇ ਸੰਵਿਧਾਨ ਬਣਾਉਣਾ ਜਦੋਂ ਸ਼ੁਰੂ ਕੀਤਾ ਸੀਗਾ ਅਤੇ ਬਹਿਸ ਵਗੈਰਾ ਕੀਤੀ ਹੋਊਗੀ ਉੱਥੇ, ਐਂਡ ਉੱਥੇ ਉਹਨਾਂ ਨੇ ਇਹ ਗੱਲ ਡਿਸਾਈਡ ਕੀਤੀ ਕਿ ਆਪਾਂ ਨਾ ਜਿਹੜਾ ਅਧਿਕਾਰ ਹੈਗਾ ਆ ਸਾਰਿਆਂ ਨੂੰ ਹੀ ਦੇਵਾਂਗੇ ਵੋਟ ਦੇਣ ਦਾ ਜਿਹੜਾ ਹੈਗਾ, ਅਤੇ ਮਤਲਬ ਇਸ 'ਤੇ ਕੋਈ ਡਿਬੇਟ ਨਹੀਂ ਸੀ ਹੋਈ। ਯੂਨੀਵਰਸਲ ਅਡਲਟ ਫਰੈਂਚਾਈਜ਼, ਸਾਰਿਆਂ ਜਵਾਨਾਂ ਲਈ ਵੋਟ ਦਾ ਅਧਿਕਾਰ ਹੈਗਾ ਜੀ, ਇਹ ਬਿਨਾਂ ਕਿਸੇ ਡਿਬੇਟ ਤੋਂ ਇਹਨੂੰ ਪਾਸ ਕਰ ਦਿੱਤਾ ਗਿਆ ਸੀਗਾ ਇਸ ਪ੍ਰਾਵਧਾਨ ਨੂੰ। ਆਪਸ਼ਨ ਨੰਬਰ ਬੀ ਨੂੰ ਕਰ ਲਓ ਟਿਕ, ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ 'ਤੇ, ਜਿਹੜਾ ਕਿ ਅੱਜ ਦਾ ਸੈਕਿੰਡ ਲਾਸਟ ਪ੍ਰਸ਼ਨ ਹੈ। ਕੇਸ਼ਵਾਨੰਦ ਭਾਰਤੀ ਬਨਾਮ ਸਟੇਟ ਆਫ ਕੇਰਲਾ ਕੇਸ ਇਜ਼ ਫੇਮਸ ਫॉर। ਕੇਸ਼ਵਾਨੰਦ ਭਾਰਤੀ ਤੇ ਕੇਰਲ ਰਾਜ ਦਾ ਜਿਹੜਾ ਮਾਮਲਾ ਪ੍ਰਸਿੱਧ ਹੈ, ਕਿਉਂ ਪ੍ਰਸਿੱਧ ਹੈ? ਪੰਚਾਇਤੀ ਰਾਜ ਇੰਸਟੀਟਿਊਸ਼ਨ ਕਰਕੇ, ਜਾਂ ਫਿਰ ਆਪਸ਼ਨ ਨੰਬਰ ਬੀ ਬੇਸਿਕ ਸਟਰਕਚਰ ਡਾਕਟਰਾਈਨ ਕਰਕੇ, ਮੂਲਭੁਤ ਢਾਂਚੇ ਨਾਲ ਸੰਬੰਧਿਤ, ਆਪਸ਼ਨ ਨੰਬਰ ਸੀ ਜੁਡੀਸ਼ੀਅਲ ਐਕਟਿਵਿਜ਼ਮ ਅਦਾਲਤੀ ਸਰਗਰਮੀ ਲਈ, ਜਾਂ ਫਿਰ ਆਪਸ਼ਨ ਨੰਬਰ ਡੀ ਲੈਂਡ ਰਿਫਾਰਮਸ ਜ਼ਮੀਨ ਸੁਧਾਰ ਲਈ। ਇਹਦੇ ਵਿੱਚ ਤੁਹਾਡਾ ਸਹੀ ਜਵਾਬ ਕੀ ਹੋਏਗਾ ਜੀ? ਇਹਦੇ ਵਿੱਚ ਤੁਸੀਂ ਸੋਚ ਵਿਚਾਰ ਕਰਕੇ ਦੱਸੋ। ਸੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਕਿ ਕੇਸ਼ਵਾ ਬਨਾਮ ਜਿਹੜਾ ਕਹਿ ਸਕਦੇ ਹਾਂ ਕਿ ਸਟੇਟ ਆਫ ਕੇਰਲਾ, ਇਹਦੇ ਵਿੱਚ ਕੇਸ਼ਵਾਨੰਦ ਭਾਰਤੀ ਤੇ ਕੇਰਲ ਰਾਜ ਦਾ ਜਿਹੜਾ ਮਾਮਲਾ ਪ੍ਰਸਿੱਧ ਹੈਗਾ। ਇਹਦੇ ਵਿੱਚ ਲੈਂਡਮਾਰਕ ਜਿਹੜਾ ਡਿਸੀਜਨ ਆਇਆ ਸੀ ਨਾ, ਉਹਦੀ ਹੀ ਗੱਲ ਕੀਤੀ ਜਾਂਦੀ ਹੈ ਕਿ ਇਹਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ? ਇਹਦੇ ਵਿੱਚ ਕਿਹਾ ਸੀਗਾ ਕਿ ਬੇਸਿਕ ਸਟਰਕਚਰ ਆਫ ਡਾਕਟਰਾਈਨ, ਕਿ ਕੰਸਟੀਟਿਊਸ਼ਨ ਦਾ ਜਿਹੜਾ ਬੇਸਿਕ ਸਟਰਕਚਰ ਹੈਗਾ ਨਾ ਉਹਨੂੰ ਕਿਸੇ ਵੀ ਹਾਲ ਵਿੱਚ ਚੇਂਜ ਨਹੀਂ ਕੀਤਾ ਜਾ ਸਕਦਾ। ਆਪਸ਼ਨ ਨੰਬਰ ਬੀ ਜਵਾਬ ਸਹੀ ਹੋਊਗਾ। ਐਂਡ ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਰਾਜ ਦਾ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਕੇਸ ਹੋਇਆ ਸੀ, ਇਹ ਕਦੋਂ ਕੇਸ ਹੋਇਆ ਸੀਗਾ? ਇਹਨੂੰ ਯਾਦ ਕਰ ਲਿਓ, 1973 ਵਿੱਚ ਇਹ ਜਿਹੜਾ ਕੇਸ ਸੀਗਾ ਜੀ, ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ 1973 ਵਾਲਾ ਇਹ ਕੇਸ ਹੈਗਾ। ਸੋ ਇਹਨੂੰ ਚੰਗੇ ਤਰੀਕੇ ਨਾਲ ਯਾਦ ਕਰ ਲਿਓ। ਅੱਗੇ ਚੱਲਦੇ ਹਾਂ ਜੀ। ਅੱਗੇ ਮਤਲਬ ਕਿ ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਕੰਸਟੀਟਿਊਸ਼ਨ ਨੂੰ ਚੇਂਜ ਨਹੀਂ ਕਰ ਸਕਦੇ, ਬੇਸਿਕ ਤੁਸੀਂ ਅਮੈਂਡਮੈਂਟ ਜ਼ਰੂਰ ਕਰੋ, ਬਟ ਜਿਹੜਾ ਬੇਸਿਕ ਸਟਰਕਚਰ ਹੈਗਾ ਨਾ ਕੰਸਟੀਟਿਊਸ਼ਨ ਦਾ, ਤੁਸੀਂ ਉਹਨੂੰ ਨਹੀਂ ਚੇਂਜ ਕਰ ਸਕਦੇ। ਚੱਲਦੇ ਹਾਂ ਜੀ ਲਾਸਟ ਪ੍ਰਸ਼ਨ 'ਤੇ।
ਵਿਚ ਪ੍ਰੋਵੀਜ਼ਨ ਆਫ PRI ਮੇਡ ਇਟ ਮੋਰ ਇਨਕਲੂਸਿਵ ਇਨ ਟਰਮ ਆਫ ਸੋਸ਼ਲ ਜਸਟਿਸ। ਪੰਚਾਇਤੀ ਰਾਜ ਸੰਸਥਾ, ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਿਹੜਾ ਨਿਯਮ ਹੈ ਜੋ ਸਮਾਜਿਕ ਇਨਸਾਫ ਦੇ ਨੇਮ ਨਾਲ ਵੀ ਜੋੜ ਦਿੰਦਾ ਹੈ ਕਿ ਵਿਚ ਪ੍ਰੋਵੀਜ਼ਨ ਆਫ PRI ਮੇਡ ਇਟ ਮੋਰ ਇਨਕਲੂਸਿਵ ਇਨ ਟਰਮ ਆਫ ਸੋਸ਼ਲ ਜਸਟਿਸ। फाइनेंस कमीशन, वित्त कमीशन, ऑप्शन नंबर बी। स्टेट इलैक्शन कमीशन, प्रांत चुनाव कमीशन, या फिर ऑप्शन नंबर सी रिजर्वेशन फॉर SC ST वुमेन, अनुसूचित जाति अनुसूचित जनजाति औरतों ਲਈ रिजर्वेशन, या फिर लास्ट ਤੇ ऑप्शन नंबर डी ग्राम सभा ग्राम सभा। सही जवाब की होगा जी जेकर आप 80वें क्वेश्चन की गल करते हैं ਇਹਦਾ ਜਿਹੜਾ ਸਹੀ ਜਵਾਬ ਹੋਊਗਾ ਜਿਹਦੇ ਵਿੱਚ ਆਰਟੀਕਲ 243D ਹੈਗਾ ਜੀ ਕਨਸਟੀਟਿਊਸ਼ਨ ਦਾ, ਇਹ ਮਤਲਬ ਰਿਜ਼ਰਵੇਸ਼ਨ ਪ੍ਰੋਵਾਈਡ ਕਰਾਉਂਦਾ ਆ ਕਿਹਨਾਂ ਨੂੰ, ਪੰਚਾਇਤੀਜ਼ ਨੂੰ, ਮਤਲਬ ਕਿ ਹਰੇਕ ਲੈਵਲ ਤੇ, ਵਿਲੇਜ ਲੈਵਲ ਤੇ, ਬਲਾਕ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ ਫॉर SC ST। ਠੀਕ ਹੈ ਜੀ, SC ST ਦੀਆਂ ਜਿਹੜੀਆਂ ਐਂਡ ਵੂਮੈਨਸ ਨੇ ਉਹਨਾਂ ਨੂੰ ਸਾਰੇ ਹੀ ਮਤਲਬ ਲੈਵਲ ਤੇ ਕੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜੀ, ਰਿਜ਼ਰਵੇਸ਼ਨ ਜਿਹੜਾ ਹੈ ਜੀ ਇਹ ਪ੍ਰੋਵਾਈਡ ਕਰਵਾਇਆ ਜਾਂਦਾ ਤਾਂ ਕਿ ਮਤਲਬ ਇਨਕਲੂਸਿਵ ਜਿਹੜਾ ਹੈਗਾ ਜੀ ਉਹ ਕੀਤਾ ਜਾ ਸਕੇ, ਸਾਰਿਆਂ ਹੀ ਲੋਕਾਂ ਨੂੰ ਸ਼ਾਮਿਲ ਇਹਦੇ ਵਿੱਚ ਕੀਤਾ ਜਾ ਸਕੇ। ਸੋ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਨੰਬਰ ਤੁਸੀਂ ਸੀ ਨੂੰ ਕਰ ਲਓ ਟਿਕ। ਤੇ ਇਹ ਅੱਜ ਦਾ ਸੀਗਾ ਆਪਣਾ ਲਾਸਟ ਪ੍ਰਸ਼ਨ। ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਡੇ ਲਈ ਯੂਜ਼ਫੁਲ ਰਿਹਾ ਹੋਊਗਾ। ਜੇਕਰ ਸੈਸ਼ਨ ਯੂਜ਼ਫੁਲ ਹੈਗਾ ਸੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਹੈ ਐਂਡ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਐਂਡ ਲਾਈਕ ਦਾ ਬਟਨ ਪ੍ਰੈਸ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਇੱਥੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਅਗਲੀ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਇੱਕ ਇੰਟਰਸਟਿੰਗ ਵੀਡੀਓ ਲੈ ਕੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।